ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪ੍ਰੋਗਰਾਮ ਪੰਜਾਬ ਅਪਡੇਟਸ। CM ਭਗਵੰਤ ਮਾਨ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕੀ ਗੱਲਬਾਤ ਹੋਣੀ ਚਾਹੀਦੀ ਹੈ। ਇੱਕ ਮੈਂ ਤੁਹਾਨੂੰ ਕਹਾਵਤ ਦੱਸਦਾ ਜੋ ਬਹੁਤ ਜ਼ਿਆਦਾ ਫੇਮਸ ਹੈ। ਆਰਟਿਸਟ ਆਰ ਦੀ ਮੈਸੇਂਜਰਸ ਆਫ ਕਲਚਰ। ਜੋ ਕਲਾਕਾਰ ਹੁੰਦੇ ਨੇ ਉਹ ਸੱਭਿਆਚਾਰ ਦਾ ਸੰਸਕ੍ਰਿਤੀ ਦਾ ਇੱਕ ਸੰਦੇਸ਼ ਵਾਹਕ ਹੁੰਦੇ ਨੇ, ਸੁਨੇਹਾ ਲੈ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਨੇ। ਖੈਰ, CM ਮਾਨ ਵੀ ਇੱਕ ਕਲਾਕਾਰ ਰਹਿ ਚੁੱਕੇ ਨੇ ਔਰ ਉਹਨਾਂ ਦੀ ਸੋਚ ਵੀ ਇੱਕ ਕਲਾਕਾਰਾਂ ਵਾਲੀ ਸੋਚ ਹੈ। ਤਾਂ ਵਾਕਈ ਅਸੀਂ ਗਨ ਕਲਚਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਕਲਾ ਦੇ ਖੇਤਰ ਨਾਲ ਕਿਵੇਂ ਜੁੜਦੀ ਹੈ ਕਿ ਜਦੋਂ ਅਸੀਂ ਉਹ ਗੀਤ ਸੁਣਦੇ ਹਾਂ, ਉਹ ਫਿਲਮਾਂ ਦੇਖਦੇ ਹਾਂ ਜਿਹਦੇ ਵਿੱਚ ਗਨਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਹਿੰਸਾ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਗੈਂਗਸਟਰਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਬਿਲਕੁਲ ਸੱਚੀ ਗੱਲ ਕਹਿੰਦੇ ਨੇ ਕਿ ਜੇ ਗੀਤਾਂ ਨਾਲ ਹਿੰਸਾ ਹੁੰਦੀ ਹੈ ਤਾਂ ਸਾਰਾ ਬਾਲੀਵੁੱਡ ਬੈਨ ਕਰ ਦਿਓ। ਬਾਲੀਵੁੱਡ ਯਾਨੀ ਮੁੰਬਈ ਦੀ ਫਿਲਮ ਇੰਡਸਟਰੀ, ਕਿਉਂਕਿ ਉੱਥੇ ਵੀ ਤੁਸੀਂ ਦੇਖਦੇ ਹੋ ਗਨ ਕਲਚਰ ਨਾਲ ਜੁੜੀਆਂ ਹੋਈਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ। ਸੋ ਇਹ ਗਨ ਕਲਚਰ ਜਿੱਥੇ ਅਮਰੀਕਾ ਦੇ ਕਲਚਰ ਦਾ ਹਿੱਸਾ ਰਿਹਾ ਹੈ, ਉੱਥੇ ਵੀ ਬਹੁਤ ਵਾਰਦਾਤਾਂ ਹੋਈਆਂ ਨੇ। ਆਏ ਦਿਨ ਕਿਤੇ ਨਾ ਕਿਤੇ ਗੋਲੀਬਾਰੀ ਹੁੰਦੀ ਹੈ, ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ, ਬਹੁਤ ਰਿਸਕੀ ਹੈ। ਜੋ ਬਾਈਡਨ ਇਹਨਾਂ ਦੇ ਜੋ ਖਿਲਾਫ ਨੇ, ਜੋ ਇਹ ਸਭ ਗਨ ਕਲਚਰ ਕਰਕੇ ਰਿਜ਼ਲਟਸ ਆ ਰਹੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਸੋ ਹਮੇਸ਼ਾ ਇਹ ਗਨ ਕਲਚਰ ਨੂੰ ਬੈਨ ਕਰਨ ਦੀ ਗੱਲ ਕਰਦੇ ਨੇ। ਸੋ ਨਾਲ ਦੇ ਨਾਲ ਉਹਨਾਂ ਦਾ ਵਿਰੋਧ ਵੀ ਹੁੰਦਾ ਹੈ। ਪਰ ਦੇਖੋ ਉਸ ਧਰਤੀ ਤੇ ਕੀ ਬਣਦਾ। ਪਰ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਇੱਥੇ ਇਹ ਕਾਨੂੰਨ ਲਾਗੂ ਕੀਤਾ ਗਿਆ ਕਿ ਫਿਲਹਾਲ ਕੋਈ ਵੀ ਲਾਇਸੈਂਸ ਨਹੀਂ ਜਾਰੀ ਕੀਤਾ ਜਾਏਗਾ ਨਵਾਂ। ਜੋ ਪਹਿਲਾਂ ਗਨਜ਼ ਮੌਜੂਦ ਨੇ, ਜਿਨ੍ਹਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਨੇ, ਉਹਨਾਂ ਦੀ ਸਾਰੀ ਸਮੀਖਿਆ ਕਰਕੇ, ਸਾਰਾ ਐਨਾਲਿਸਿਸ ਕਰਕੇ ਪੰਜਾਬ ਗੌਰਮੈਂਟ ਨੂੰ ਸੌਂਪਿਆ ਜਾਵੇ ਔਰ ਇਹਦੇ ਵਾਸਤੇ ਏਜੰਸੀਜ਼ ਨੂੰ ਲਗਾ ਦਿੱਤਾ ਗਿਆ ਹੈ ਕੰਮ ਤੇ। ਵੱਖ-ਵੱਖ ਗਰੁੱਪਸ ਬਣਾ ਕੇ ਇਸੇ ਕੰਮ ਦੇ ਉੱਤੇ ਲਗਾ ਦਿੱਤੇ ਗਏ ਨੇ ਤੇ ਨਵਾਂ ਕੋਈ ਵੀ ਲਾਇਸੈਂਸ ਜਾਰੀ ਨਹੀਂ ਕੀਤਾ ਜਾਏਗਾ ਪੰਜਾਬ ਦੀ ਧਰਤੀ ਦੇ ਉੱਤੇ। ਪਰ ਜਦੋਂ ਕੋਈ ਖਾਸ ਜ਼ਰੂਰਤ ਹੋਵੇ, ਐਮਰਜੈਂਸੀ ਹੋਵੇ, ਤਾਂ ਉਹ ਸਾਰੇ ਹਾਲਾਤਾਂ ਦੀ ਤਹਿਕੀਕਾਤ ਕਰਨ ਤੋਂ ਬਾਅਦ ਨਵਾਂ ਲਾਇਸੈਂਸ ਜਾਰੀ ਕੀਤਾ ਜਾਵੇ, ਨਵੀਆਂ ਗਨਜ਼ ਜਾਰੀ ਕੀਤੀਆਂ ਜਾਣ। ਅਦਰਵਾਈਜ਼ ਨੋ। ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇੱਕ ਵਧੀਆ ਸੋਚ ਹੈ, ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਅਰਜ਼ ਕੀਤਾ ਕਿ CM ਮਾਨ ਖੁਦ ਇੱਕ ਆਰਟਿਸਟ ਨੇ। ਤਾਂ ਇੱਕ ਆਰਟਿਸਟ ਦਾ ਮਨ ਜੋ ਬੜਾ ਸੰਵੇਦਨਸ਼ੀਲ ਹੁੰਦਾ, ਬਹੁਤ ਸੈਂਸਿਟਿਵ ਹੁੰਦਾ, ਬਹੁਤ ਨਰਮ ਜਿਹਾ ਹੁੰਦਾ। ਕਹਿੰਦੇ ਨੇ ਕਿ ਬੱਚਿਆਂ ਵਕਨ ਦਿਲ ਹੁੰਦੇ ਨੇ ਜਿਹੜੇ ਆਰਟਿਸਟ ਹੁੰਦੇ, ਕਿਉਂਕਿ ਜੇ ਉਹ ਬੱਚਿਆਂ ਵਰਗੇ ਦਿਲ ਨਾ ਹੋਣ ਤਾਂ ਉਹ ਆਰਟਿਸਟ ਨਹੀਂ ਹੋ ਸਕਦੇ। ਆਮ ਇਨਸਾਨ ਨੂੰ ਵੀ ਇੱਕ ਬੱਚੇ ਨੂੰ ਆਪਣੇ ਅੰਦਰ ਹਮੇਸ਼ਾ ਜਿਉਂਦੇ ਰੱਖਣਾ ਚਾਹੀਦਾ ਹੈ। ਤੁਹਾਡੇ ਅੰਦਰ ਜਿਹੜਾ ਨਿੱਕਾ ਜਿਹਾ ਬੱਚਾ ਹੈ ਨਾ, ਉਹਨੂੰ ਹਮੇਸ਼ਾ ਜਿਉਂਦੇ ਰੱਖੋ। ਕਹਿੰਦੇ ਨੇ ਕਿ ਜਦੋਂ ਤੱਕ ਬੱਚੇ ਹੋ ਉਦੋਂ ਤੱਕ ਹੀ ਬਚੇ ਹੋ, ਕਿਉਂਕਿ ਤਾਂ ਹੀ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ, ਛਾਲਾਂ ਮਾਰ ਸਕਦੇ ਹੋ, ਮਜ਼ਾਕ ਕਰ ਸਕਦੇ ਹੋ। ਕਿਉਂਕਿ ਅੰਦਰ ਇੱਕ ਬੱਚਾ ਬੈਠਾ ਸ਼ਰਾਰਤੀ, ਸ਼ਰਾਰਤਾਂ ਕਰਦਾ, ਸਭ ਨਾਲ ਕਰਦਾ, ਦੋਸਤਾਂ ਨਾਲ, ਯਾਰਾਂ ਨਾਲ, ਮਿੱਤਰਾਂ ਨਾਲ, ਪਰਿਵਾਰ ਨਾਲ ਔਰ ਆਪਣੇ ਆਪ ਨਾਲ ਵੀ ਮਜ਼ਾਕ ਕਰਦਾ। ਸੋ ਬੱਚਿਆਂ ਵਾਲਾ ਮਨ, ਬੱਚਿਆਂ ਵਾਲੀ ਸੋਚ ਹਮੇਸ਼ਾ ਸਭ ਦਾ ਭਲਾ ਚਾਹੁੰਦੀ ਹੈ ਤੇ ਉਹਦੇ 'ਚ ਕੋਈ ਸ਼ੇਖ ਹੀ ਨਹੀਂ ਕਿ ਮੇਰੇ ਕੋਲ ਗਨ ਹੈਗੀ ਹੈ ਤੇ ਮੈਂ ਆਏ ਦਿਨ ਫਾਇਰ ਕਰਕੇ ਦਿਖਾਣਾ। ਕਿਤੇ ਵਿਆਹ ਹੋਇਆ, ਕਿਤੇ ਬਰਥਡੇ ਹੋਇਆ, ਕਿਤੇ ਖੁਸ਼ੀ ਦੀ ਗੱਲ ਹੋਈ ਤੇ ਉੱਤੇ ਫਾਇਰ ਕਰਕੇ ਦਿਖਾਇਆ। ਇੱਕ ਬੜਾ ਮਜ਼ਾਕ ਚੱਲਦਾ ਇਹਦੇ ਵਿੱਚ ਕਿ ਕਿਸੇ ਦਾ ਵੀਜ਼ਾ ਲੱਗ ਕੇ ਆਇਆ ਤੇ ਉਹਨੇ ਬਾਹਰ ਨਿਕਲ ਕੇ ਫਾਇਰ ਕਰ ਦਿੱਤੇ, 3-4 ਫਾਇਰ ਕੀਤੇ ਖੁਸ਼ੀ ਦੇ ਵਿੱਚ ਔਰ ਵੀਡੀਓ ਬਣਾ ਕੇ ਉਹਨੇ ਸੋਸ਼ਲ ਪਲੇਟਫਾਰਮ ਤੇ ਪਾ ਦਿੱਤੀ। ਵੀਡੀਓ ਵਾਇਰਲ ਹੋ ਗਈ ਤੇ ਪੁਲਿਸ ਨੇ ਉਹਨੂੰ ਆ ਕੇ ਫੜ ਲਿਆ ਕਿ ਤੂੰ ਇੱਦਾਂ ਕਿੱਦਾਂ ਫਾਇਰ ਕਰ ਦਿੱਤੇ। ਕਿੱਥੇ ਜਾਣਾ ਸੀ? ਵਿਦੇਸ਼। ਹੁਣ ਜਾ ਰਹੇ ਨੇ ਜੇਲ੍ਹ ਵਿੱਚ, ਜਾਣਾ ਸੀ ਬਾਹਰ ਤੇ ਜਾ ਰਹੇ ਨੇ ਅੰਦਰ। ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ। ਸੋ ਗਨ ਕਲਚਰ ਨੂੰ ਲੈ ਕੇ ਇੱਕ ਬਹੁਤ ਵਧੀਆ, ਬਹੁਤ ਅਹਿਮ ਫੈਸਲਾ ਹੈ ਕਿ ਅਸੀਂ ਹਿੰਸਾ ਨੂੰ ਕਿਵੇਂ ਰੋਕਣਾ ਹੈ। ਕਿਉਂਕਿ ਆਏ ਦਿਨ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਦੇਖਦੇ ਹਾਂ ਧਮਕੀਆਂ ਹੋ ਰਹੀਆਂ ਨੇ, ਫੋਨ ਕਾਲਸ ਦੇ ਉੱਤੇ ਫਿਰੌਤੀ ਮੰਗੀ ਜਾ ਰਹੀ ਹੈ, ਜਾਨ ਤੋਂ ਮਾਰਨ ਦੀਆਂ ਧਮਕੀਆਂ ਹੋ ਰਹੀਆਂ ਨੇ। ਇਹ ਸਭ ਚੀਜ਼ਾਂ ਦੇ ਚੱਲਦੇ, ਗੈਂਗਸਟਰਸ ਤੋਂ ਜੋ ਮਾਹੌਲ ਪੈਦਾ ਹੋ ਰਿਹਾ ਹੈ, ਇਹ ਸਭ ਚੀਜ਼ਾਂ ਦੇ ਚੱਲਦੇ ਜੋ ਪੰਜਾਬ ਗੌਰਮੈਂਟ ਨੇ ਇਹ ਫੈਸਲਾ ਲਿਆ ਹੈ, ਬਿਲਕੁਲ ਸ਼ਲਾਘਾਯੋਗ ਹੈ। ਤੇ ਜਿਹੜੇ ਗੀਤਾਂ ਦੇ ਵਿੱਚ, ਜਿਹੜੀਆਂ ਫਿਲਮਾਂ ਦੇ ਵਿੱਚ ਇਹ ਪ੍ਰਮੋਟ ਕੀਤਾ ਜਾਂਦਾ ਹੈ ਗਨਜ਼ ਨੂੰ, ਹਿੰਸਾ ਨੂੰ, ਗੈਂਗਸਟਰਸ ਨੂੰ, ਅੰਡਰਵਰਲਡ ਨੂੰ, ਸੋ ਇਹਨਾਂ ਉੱਤੇ ਵੀ ਨਜ਼ਰਸਾਨੀ ਹੋਣੀ ਚਾਹੀਦੀ ਹੈ ਗੌਰਮੈਂਟ ਵੱਲੋਂ। ਇਹਨਾਂ ਉੱਤੇ ਵੀ ਵਾਕਈ ਬੈਨ ਹੋਣਾ ਚਾਹੀਦਾ, ਕਿਉਂਕਿ ਜਿਸ ਗੱਲ ਨਾਲ ਪੰਜਾਬ ਦਾ ਜਾਂ ਭਾਰਤ ਦਾ ਮਾਹੌਲ ਵਿਗੜੇ, ਉਹ ਗੱਲ ਵਾਕਈ ਸਟਾਪ ਕਰ ਦੇਣੀ ਚਾਹੀਦੀ ਹੈ। ਸਾਡੇ ਸੈਂਸਰ ਬੋਰਡ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਸੈਂਸਰ ਬੋਰਡ ਨਹੀਂ ਹੈ, ਉੱਥੇ ਵੀ ਕੁਝ ਨਾ ਕੁਝ ਅਜਿਹਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਨਾ ਕੀਤੀਆਂ ਜਾਣ, ਜਿੱਥੇ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਇੱਕ ਮਿਊਜ਼ਿਕ ਦੇ ਉੱਤੇ ਡਾਂਸ ਕਰਦੇ ਹੋਏ ਲੋਕ ਹੱਥਾਂ 'ਚ ਗਨਜ਼ ਲੈ ਕੇ ਲਹਿਰਾਉਂਦੇ ਹੋਏ ਕੈਮਰਾ ਦੇ ਸਾਹਮਣੇ ਬੜੀ ਸ਼ੇਖੀ ਨਾਲ, ਬੜੀ ਸ਼ਾਨ ਨਾਲ, ਹੀਰੋਇਜ਼ਮ ਦੇ ਨਾਲ ਆ ਕੇ ਆਪਣੇ ਆਪ ਨੂੰ ਇੱਕ ਹੀਰੋ ਵਜੋਂ ਪੇਸ਼ ਕਰਦੇ ਨੇ। ਦੈਟ ਇਜ਼ ਟੋਟਲੀ ਰੋਂਗ, ਕਿਉਂਕਿ ਇਹਦੇ ਨਾਲ ਬੱਚਿਆਂ ਦੇ ਮਨ ਦੇ ਉੱਤੇ ਪ੍ਰਭਾਵ ਪੈਂਦੇ ਨੇ, ਬੁਰੇ ਪ੍ਰਭਾਵ ਪੈਂਦੇ ਨੇ। ਉਹ ਸਮਝਦੇ ਨੇ ਕਿ ਸ਼ਾਇਦ ਇਹੀ ਹੀਰੋਇਜ਼ਮ ਹੈ।
ਭਗਤ ਸਿੰਘ ਨੇ ਗਨ ਚੁੱਕੀ ਜਾਂ ਕਿਸੇ ਹੋਰ ਸ਼ਹੀਦ ਨੇ ਗਨ ਚੁੱਕੀ ਤਾਂ ਉਹਦਾ ਪਰਪਸ ਇਹ ਨਹੀਂ ਸੀ ਕਿ ਕਿਸੇ ਨੂੰ ਡਰਾਇਆ ਜਾਵੇ, ਕਿਸੇ ਨੂੰ ਧਮਕਾਇਆ ਜਾਵੇ। ਉਹ ਦੇਸ਼ ਦੀ ਆਜ਼ਾਦੀ ਵਾਸਤੇ ਸੀ। ਪਰ ਇੱਥੇ ਜਦੋਂ ਗਨਸ ਲੈ ਕੇ ਲਹਿਰਾਉਂਦੇ ਹੋਏ ਅਸੀਂ ਨੌਜਵਾਨ ਦੇਖਦੇ ਹਾਂ ਸਕਰੀਨਸ ਦੇ ਉੱਤੇ ਜੋ ਵਾਇਰਲ ਹੁੰਦੀਆਂ ਨੇ ਵੀਡੀਓਜ਼, ਤਾਂ ਇਹ ਸ਼ੇਖ ਹੀ ਹੈ। ਇਹਦੇ 'ਚ ਦੇਸ਼ ਭਗਤੀ ਵਾਲੀ ਕੋਈ ਗੱਲ ਨਹੀਂ, ਇਹਦੇ ਵਿੱਚ ਦੇਸ਼ ਵਾਸਤੇ, ਸਮਾਜ ਵਾਸਤੇ ਕੁਝ ਕਰਨ ਦੀ ਕੋਈ ਗੱਲ ਨਹੀਂ। ਇਹ ਸਿੰਪਲ ਇੱਕ ਸ਼ੇਖ ਹੀ ਹੈ, ਦਿਖਾਵਾ ਹੈ ਕਿ ਦੇਖੋ ਅਸੀਂ ਗਨਸ ਲੈ ਕੇ ਆ ਰਹੇ ਹਾਂ ਔਰ ਅਸੀਂ ਡਰਦੇ ਨਹੀਂ ਕਿਸੇ ਤੋਂ। ਅਸੀਂ ਬੜੇ ਮਰਦ ਹੁੰਦੇ ਹਾਂ, ਅਸੀਂ ਕਿਸੇ ਤੋਂ ਨਹੀਂ ਘਬਰਾਉਂਦੇ, ਹਮੇਸ਼ਾ ਆਪਣੇ ਕੋਲ ਗਨ ਰੱਖਦੇ ਹਾਂ। ਦੈਟ ਇਜ਼ ਟੋਟਲੀ ਰੋਂਗ, ਕਿਉਂਕਿ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਕਲਚਰ ਤੋਂ ਹਾਂ ਤਾਂ ਸਾਡੇ ਦਸ਼ਮੇਸ਼ ਪਿਤਾ ਨੇ ਸਾਨੂੰ ਹਮੇਸ਼ਾ ਸਮਝਾਇਆ ਕਿ ਸੂਰਾ ਉਹ ਹੁੰਦਾ ਹੈ, ਸੂਰਾ ਯਾਨੀ ਬਹਾਦਰ ਉਹ ਹੁੰਦਾ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਭੈ ਦਿੰਦਾ ਤਾਂ ਨਾ ਕਿਸੇ ਤੋਂ ਭੈ ਖਾਂਦਾ। ਇਸ ਕਰਕੇ ਸਾਨੂੰ ਨਾ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਮੁਤਾਬਿਕ ਇੱਕ ਸਹੀ ਜੀਵਨ ਜਿਉਣਾ ਚਾਹੀਦਾ। ਔਰ ਵਾਕਈ ਹੀ ਜੇ ਸਿੱਖਿਆਵਾਂ ਦੀ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਦੀਆਂ, ਤਾਂ ਇਹ ਜੋ ਫੈਸਲਾ ਲਿਆ ਹੈ ਪੰਜਾਬ ਗੌਰਮੈਂਟ ਨੇ, ਇਹ ਬਿਲਕੁਲ ਸਮਾਜ ਦੇ ਹੱਕ ਦੇ ਵਿੱਚ ਹੈ ਕਿ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਹਰ ਐਕਟੀਵਿਟੀ ਬੈਨ ਹੋਣੀ ਚਾਹੀਦੀ ਹੈ। ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪੂਰੀ ਦੁਨੀਆ ਦੇ ਵਿੱਚ, G20 ਸੰਮੇਲਨ ਜੋ ਚੱਲ ਰਿਹਾ ਹੈ। ਸੋ ਉਹਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਨੇਤਾ ਪਹੁੰਚੇ ਹੋਏ ਨੇ, ਰਿਪਰੈਜ਼ੈਂਟੇਟਿਵਸ ਪਹੁੰਚੇ ਹੋਏ ਨੇ, ਭਾਰਤ ਤੋਂ ਵੀ ਪ੍ਰਾਈਮ ਮਿਨਿਸਟਰ ਮੋਦੀ ਉੱਥੇ ਪਹੁੰਚੇ ਹੋਏ ਨੇ ਔਰ ਵੱਖੋ-ਵੱਖ ਵਰਲਡ ਲੀਡਰਸ ਦੇ ਨਾਲ ਮੁਲਾਕਾਤ ਕਰ ਰਹੇ ਨੇ। ਕੁਝ ਟ੍ਰੇਡਸ ਦੀਆਂ ਗੱਲਾਂ ਹੋ ਰਹੀਆਂ ਨੇ, ਕੁਝ ਹੋਰ ਰਾਜਨੀਤੀ ਦੀਆਂ ਗੱਲਾਂ ਹੋ ਰਹੀਆਂ ਨੇ, ਕੁਝ ਕੂਟਨੀਤੀ ਦੀਆਂ ਗੱਲਾਂ ਹੋ ਰਹੀਆਂ ਨੇ। ਤੇ ਅਮਰੀਕਾ ਔਰ ਜੋ ਵੱਖੋ-ਵੱਖ ਦੇਸ਼ ਦੇ ਵੱਡੇ ਲੀਡਰਸ ਨੇ, ਚਾਈਨਾ ਔਰ ਨਾਲ ਆਪਣੇ ਗ੍ਰੇਟ ਬ੍ਰਿਟੇਨ ਦੇ ਰਿਸ਼ੀ ਸੁਨਕ ਜੀ, ਜਸਟਿਨ ਟਰੂਡੋ ਪਹੁੰਚੇ ਨੇ ਕੈਨੇਡਾ ਤੋਂ। ਸੋ ਇਹ ਸਾਰੀਆਂ ਇੰਪੋਰਟੈਂਟ ਫਿਗਰਸ ਉੱਥੇ ਮੌਜੂਦ ਨੇ ਤੇ ਆਪਸ ਦੇ ਵਿੱਚ ਕਈ ਗੱਲਾਂ ਬਾਤਾਂ, ਕਈ ਸਮਝੌਤੇ ਹੁੰਦੇ ਨੇ। ਸੋ ਜਿੱਥੇ ਰਿਸ਼ੀ ਸੁਨਕ ਜੀ ਨੇ ਹਰੀ ਝੰਡੀ ਦਿੱਤੀ ਹੈ ਕਿ ਹੋਰ ਜ਼ਿਆਦਾ ਵੀਜ਼ੇ ਦਿੱਤੇ ਜਾਣਗੇ ਜੋ ਗ੍ਰੇਟ ਬ੍ਰਿਟੇਨ 'ਚ ਆਉਣਾ ਚਾਹੁੰਦੇ ਨੇ ਭਾਰਤੀ, ਦੈਟ ਇਜ਼ ਅ ਗੁੱਡ ਸਾਈਨ ਫॉर ਅਸ। ਔਰ ਰਾਸ਼ਟਰਪਤੀ ਜੋ ਬਾਈਡਨ ਬਹੁਤ ਖਿੜੇ ਮੱਥੇ, ਬਹੁਤ ਫਿਰਾਕ ਦਿਲੀ ਨਾਲ ਮਿਲੇ ਨੇ PM ਮੋਦੀ ਨੂੰ ਔਰ ਕਾਫੀ ਵਪਾਰਿਕ ਸਮਝੌਤੇ ਹੋਣ ਦੀ ਆਸ ਹੈ। ਬਹੁਤ ਅੱਛੇ ਨਤੀਜੇ ਆ ਸਕਦੇ ਨੇ। ਇੱਦਾਂ ਤਮਾਮ ਗੱਲਾਂ ਹੁੰਦੀਆਂ ਨੇ। ਸੋ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤੇ ਚੀਨ ਦੇ ਜੋ ਰਾਸ਼ਟਰਪਤੀ ਤੀਸਰੀ ਵਾਰ ਚੁਣੇ ਗਏ ਨੇ ਸ਼ੀ ਜਿਨਪਿੰਗ, ਉਹਨਾਂ ਦੇ ਦਰਮਿਆਨ ਨਾ ਇੱਕ ਬਹਿਸ ਹੋ ਰਹੀ ਹੈ। ਉਹਨੂੰ ਬਹਿਸ ਹੀ ਕਹਾਂਗੇ ਕਿਉਂਕਿ ਜਿਸ ਸਟੇਟਸ ਦੇ ਦੋਵੇਂ ਲੀਡਰਸ ਨੇ, ਥੋੜੀ ਬਹੁਤ ਗੱਲਬਾਤ ਵੀ ਹੋਵੇ ਉਹ ਇੱਕ ਬਹਿਸ ਦਾ ਰੂਪ ਹੀ ਹੁੰਦਾ ਹੈ। ਹਾਲਾਂਕਿ ਟਰਾਂਸਲੇਟਰ ਉੱਤੇ ਮੌਜੂਦ ਹੈ। ਵੀਡੀਓ ਵਾਇਰਲ ਕੀ ਹੋ ਰਹੀ ਹੈ ਕਿ ਸ਼ੀ ਜਿਨਪਿੰਗ ਇੱਕ ਗੱਲ ਕਰ ਰਹੇ ਨੇ ਜਸਟਿਨ ਟਰੂਡੋ ਦੇ ਨਾਲ ਕਿ ਸਾਡੇ ਦਰਮਿਆਨ ਜੋ ਗੱਲਬਾਤ ਹੋਈ ਸੀ ਉਹ ਇੱਕ ਸੀਕ੍ਰੇਟ ਸੀ, ਉਹ ਸਾਡੀ ਆਪਸ ਦੀ ਗੱਲ ਸੀ ਔਰ ਉਹ ਗੱਲ ਤੁਸੀਂ ਬਿਲਕੁਲ ਆਊਟ ਕਰ ਦਿੱਤੀ ਹੈ ਔਰ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਹੋ ਗਈ ਹੈ, ਮੀਡੀਆ ਦੇ ਵਿੱਚ ਆ ਗਈ ਹੈ। ਇਹ ਠੀਕ ਨਹੀਂ ਹੈ ਔਰ ਇਹ ਕੋਈ ਗੱਲਬਾਤ ਕਰਨ ਦਾ ਤਰੀਕਾ ਨਹੀਂ ਹੈ ਔਰ ਇਹਦੇ ਨਤੀਜੇ ਠੀਕ ਨਹੀਂ ਹੋ ਸਕਦੇ। ਜਸਟਿਨ ਟਰੂਡੋ ਅੱਗੋਂ ਕਹਿੰਦੇ ਨੇ ਕਿ ਅਸੀਂ ਕੈਨੇਡਾ ਦੇ ਵਿੱਚ ਇਸ ਚੀਜ਼ 'ਚ ਵਿਸ਼ਵਾਸ ਕਰਦੇ ਹਾਂ ਕਿ ਫ੍ਰੀ ਡਾਇਲੌਗ ਹੈ, ਜਨਤਾ ਦੇ ਸਾਹਮਣੇ ਹਰ ਚੀਜ਼ ਆਉਣੀ ਚਾਹੀਦੀ ਹੈ, ਖੁੱਲ੍ਹ ਦਿਲੀ ਨਾਲ ਹਰ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਡੈਮੋਕ੍ਰੇਸੀ ਹੈ, ਸਭ ਕੁਝ ਜਨਤਾ ਵਾਸਤੇ ਹੈ। ਜੋ ਅਸੀਂ ਜਨਤਾ ਦੇ ਸਾਹਮਣੇ ਲੈ ਕੇ ਜਾਂਦੇ ਹਾਂ ਉਹ ਜਨਤਾ ਦੇ ਫਾਇਦੇ ਵਾਸਤੇ ਹੁੰਦਾ ਹੈ, ਦੇਸ਼ ਦੇ ਫਾਇਦੇ ਵਾਸਤੇ ਹੁੰਦਾ ਹੈ ਔਰ ਜਨਤਾ ਨੂੰ ਜੋ ਚੀਜ਼ ਸੂਟ ਨਹੀਂ ਕਰਦੀ ਉਹ ਸਾਨੂੰ ਅੱਗੋਂ ਅਪੋਜ਼ ਕਰਦੀ ਹੈ, ਸਾਨੂੰ ਅੱਗੋਂ ਸਲਾਹ ਦਿੰਦੀ ਹੈ ਕਿ ਇਸ ਚੀਜ਼ ਨੂੰ ਇੱਦਾਂ ਤਬਦੀਲ ਕਰੋ, ਇਸ ਚੀਜ਼ ਨੂੰ ਇੱਦਾਂ ਤਬਦੀਲ ਕਰੋ। ਫਿਰ ਵੋਟਿੰਗ ਹੁੰਦੀ ਹੈ। ਜੋ ਫੈਸਲੇ ਗਲਤ ਲਿੱਤੇ ਹੋਏ ਨੇ ਉਹਨਾਂ ਨੂੰ ਚੇਂਜ ਕੀਤਾ ਜਾਂਦਾ ਹੈ, ਜੋ ਸਹੀ ਫੈਸਲੇ ਨੇ ਉਹਨਾਂ ਨੂੰ ਸਹੀ ਟਰੈਕ 'ਤੇ ਲਿਆਂਦਾ ਜਾਂਦਾ ਹੈ ਤਾਂ ਕਿ ਦੇਸ਼ ਦਾ ਔਰ ਲੋਕਾਂ ਦਾ ਭਲਾ ਹੋ ਸਕੇ। ਵੀ ਬਿਲੀਵ ਇਨ ਫ੍ਰੀ ਡਾਇਲੌਗ, ਇਹ ਜਸਟਿਨ ਟਰੂਡੋ ਕਹਿ ਰਹੇ ਨੇ। ਪਰ ਸ਼ੀ ਜਿਨਪਿੰਗ ਇਸ ਗੱਲ ਤੋਂ ਇਤਫਾਕ ਨਹੀਂ ਰੱਖਦੇ, ਉਹ ਅੱਗੋਂ ਲਗਾਤਾਰ ਇਸ ਗੱਲ ਨੂੰ ਅਪੋਜ਼ ਕਰ ਰਹੇ ਨੇ। ਨੋ, ਤੁਹਾਨੂੰ ਇਹ ਗੱਲਾਂ ਓਪਨ ਨਹੀਂ ਕਰਨੀਆਂ ਚਾਹੀਦੀਆਂ ਸੀ, ਮੀਡੀਆ 'ਚ ਨਹੀਂ ਲਿਆਉਣੀਆਂ ਚਾਹੀਦੀਆਂ ਸੀ, ਇਹ ਗੱਲਾਂ ਜਨਤਾ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਸੀ। ਜੋ ਸਾਡੇ ਦਰਮਿਆਨ ਹੋਈਆਂ ਨੇ ਇਹ ਕੋਈ ਕਨਵਰਸੇਸ਼ਨ ਦਾ ਤਰੀਕਾ ਨਹੀਂ ਹੈ। ਹੁਣ ਇੱਥੇ ਦੋ ਸੋਚਾਂ ਨੇ। ਚੀਨ ਦੀ ਅਸੀਂ ਗੱਲ ਜਾਣਦੇ ਹਾਂ ਕਿ ਬਹੁਤ ਕੁਝ ਇੱਦਾਂ ਹੈ ਜੋ ਬਾਹਰ ਹੀ ਨਹੀਂ ਆਉਣ ਦਿੱਤਾ ਜਾਂਦਾ। ਬੈਨ ਲੱਗੇ ਹੋਏ ਨੇ, ਮੀਡੀਆ ਦੇ ਉੱਤੇ ਬੈਨ, ਸੋਸ਼ਲ ਮੀਡੀਆ ਦੇ ਉੱਤੇ ਬੈਨ, ਹਰ ਪਲੇਟਫਾਰਮ ਗਵਰਨਮੈਂਟ ਦੀ ਨਜ਼ਰ ਦੇ ਵਿੱਚ, ਗਵਰਨਮੈਂਟ ਦੇ ਕਬਜ਼ੇ ਦੇ ਵਿੱਚ। ਤੁਸੀਂ ਗਵਰਨਮੈਂਟ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ, ਕੋਈ ਗੱਲ ਬਾਹਰ ਨਹੀਂ ਕਰ ਸਕਦੇ। ਉੱਥੇ ਕਹਿਣ ਨੂੰ ਤੇ ਚੀਨ ਦੇ ਵਿੱਚ ਮਾਰਕਸਿਜ਼ਮ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੋਸ਼ਲਿਜ਼ਮ ਹੈ, ਕਮਿਊਨਿਜ਼ਮ ਹੈ, ਪਰ ਉਹ ਕਿਸੇ ਹੋਰ ਹੀ ਰੂਪ ਦੇ ਵਿੱਚ ਹੈ। ਉਹ ਮਾਰਕਸਿਜ਼ਮ ਨਹੀਂ ਹੈ ਜੋ ਕਾਰਲ ਮਾਰਕਸ ਦਾ ਮਾਰਕਸਿਜ਼ਮ ਹੈ ਜਿਹਦੇ ਵਿੱਚ ਸਭ ਕੁਝ ਓਪਨ ਹੈ। ਇੱਥੇ ਕੋਈ ਹੋਰ ਹੀ ਰੂਪ ਹੈ, ਕਿਤੇ ਨਾ ਕਿਤੇ ਕੈਪੀਟਲਿਜ਼ਮ ਦਾ ਰੂਪ ਹੈ ਜਾਂ ਕੈਪੀਟਲਿਸਟ ਕਮਿਊਨਿਜ਼ਮ ਹੈ, ਨੋਬਡੀ ਨੋਜ਼। ਇਹ ਕੁਝ ਅਲੱਗ ਹੀ ਤਰ੍ਹਾਂ ਦਾ ਫਾਰਮੇਸ਼ਨ ਹੈ ਗਵਰਨਮੈਂਟ ਦੀ, ਜਿੱਥੇ ਸਭ ਕੁਝ ਗਵਰਨਮੈਂਟ ਦੇ ਹੱਥ ਦੇ ਵਿੱਚ ਹੈ ਔਰ ਪਬਲਿਕ ਦੇ ਹੱਥ ਵਿੱਚ ਇੰਨਾ ਕੁਝ ਨਹੀਂ ਹੈ।
खुल के गल नहीं हो सकती, खुल के कोई अपनी गल बाहर नहीं कर सकता, कोई अपने मन के विचार नहीं कट सकता। उत्तों ऑर्डरस आते हैं कि सब नूं इदां करना है तो करना है, दैट्स ऑल। ਜਦੋਂ ਅਸੀਂ ਲੋਕਡਾਊਨ ਦੀ ਗੱਲ ਕਰਦੇ ਹਾਂ ਤਾਂ ਉੱਤੋਂ ਆਰਡਰਸ ਆਉਂਦੇ ਨੇ, ਇੱਦਾਂ ਹੈ ਤਾਂ ਇੱਦਾਂ ਹੈ, ਇੱਦਾਂ ਹੀ ਕਰਨਾ ਪਏਗਾ, ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ, ਕੋਈ ਆਲਟਰਨੇਟਿਵ ਨਹੀਂ, ਬਿਕਾਜ਼ ਗਵਰਨਮੈਂਟ ਵੱਲੋਂ ਹੀ ਆਰਡਰਸ ਨੇ। ਇਹ ਹੈ ਚਾਈਨਾ। ਤੇ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ, ਜਿਸ ਤਰ੍ਹਾਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਕਹਿੰਦੇ ਨੇ ਕਿ ਵੀ ਬਿਲੀਵ ਇਨ ਫ੍ਰੀ ਡਾਇਲੋਗ, ਤਾਂ ਬਿਲਕੁਲ ਫਰੀडम ਹੈ। ਔਰ ਜਸਟਿਨ ਟਰੂਡੋ ਦਾ ਅਸੀਂ ਦੇਖਦੇ ਹਾਂ ਕਿਰਦਾਰ ਵੀ ਇੱਦਾਂ ਦਾ ਕਿ ਆਮ ਪਬਲਿਕ ਦੇ ਵਿੱਚ ਆਮ ਤਰ੍ਹਾਂ ਨਾਲ ਘੁੰਮਦੇ ਫਿਰਦੇ ਨਜ਼ਰ ਆਉਂਦੇ ਨੇ, ਸ਼ੇਕ ਹੈਂਡ ਕਰਦੇ ਹੋਏ, ਮਿਲਦੇ ਹੋਏ, ਜਿਸ ਤਰ੍ਹਾਂ ਆਮ ਲੋਕ ਮਿਲਦੇ ਨੇ, ਆਪਸ 'ਚ ਫਰੈਂਡਸ ਮਿਲਦੇ ਨੇ, ਹੀ ਇਜ਼ ਅ ਫਰੈਂਡ, ਉਹ ਇਸ ਤਰ੍ਹਾਂ ਮਿਲਦੇ ਨੇ। ਪਰ ਚੀਨ ਦੇ ਵਿੱਚ ਇੱਦਾਂ ਨਹੀਂ ਹੈ। ਰਾਸ਼ਟਰਪਤੀ ਨੂੰ ਤੁਸੀਂ ਇੱਦਾਂ ਨਹੀਂ ਮਿਲ ਸਕਦੇ, ਹੀ ਇਜ਼ ਅ ਬਿਗ ਪਰਸਨ ਦੇਅਰ, ਹੀ ਇਜ਼ ਅ ਬਿਗ ਸ਼ਾਟ ਦੇਅਰ, ਤੁਸੀਂ ਡਾਇਰੈਕਟਲੀ ਜਾ ਕੇ ਨਹੀਂ ਮਿਲ ਸਕਦੇ ਹੋ, ਪਰ ਕੈਨੇਡਾ ਦੇ ਵਿੱਚ ਮਿਲ ਸਕਦੇ ਹੋ। ਸੋ ਇਹ ਬੇਸਿਕ ਕਲਚਰਲ ਡਿਫਰੈਂਸ, ਸੋਚ ਦਾ ਡਿਫਰੈਂਸ ਹੈ ਨਾ, ਮਾਈਂਡ ਸੈਟ ਦਾ ਡਿਫਰੈਂਸ। ਸੋ ਉਹਨਾਂ ਦੀਆਂ ਜੋ ਕੈਨੇਡਾ ਦੀਆਂ ਕਲਚਰਲ ਨੋਰਮਸ ਨੇ ਉਹ ਬਿਲਕੁਲ ਡਿਫਰੈਂਟ ਨੇ, ਔਰ ਚੀਨ ਦੀਆਂ ਬਿਲਕੁਲ ਡਿਫਰੈਂਟ ਨੇ। ਚੀਨ ਦੇ ਵਿੱਚ ਕਿਤੇ ਨਾ ਕਿਤੇ ਇਹ ਡਿਕਟੇਟਰਸ਼ਿਪ ਵਾਲਾ ਮੂਡ ਆ ਜਾਂਦਾ ਕਿ ਰੂਲਰਸ, ਪਰ ਕੈਨੇਡਾ ਦੇ ਵਿੱਚ ਰੂਲਰਸ ਵਾਲੀ ਗੱਲ ਇੱਦਾਂ ਨਹੀਂ ਹੁੰਦੀ। ਉਹ ਹੈ ਕਿ ਮਿਲ ਕੇ ਆਪਾਂ ਦੇਸ਼ ਨੂੰ ਚਲਾਉਣਾ ਹੈ ਅਤੇ ਗੌਰਮੈਂਟ ਅਤੇ ਪਬਲਿਕ ਦੋਵੇਂ ਇਕੱਠੇ ਚੱਲਣਗੇ, ਮੋਢੇ ਨਾਲ ਮੋਢਾ ਮਿਲਾ ਕੇ, ਤਾਂ ਦੇਸ਼ ਚੱਲੇਗਾ। ਪਰ ਚੀਨ ਦੇ ਵਿੱਚ ਇੱਦਾਂ ਨਹੀਂ ਹੈ। ਉੱਤਰੋਂ ਆਰਡਰਸ ਆਉਣਗੇ, ਜਿਹੜੇ ਉੱਪਰੋਂ ਆਰਡਰਸ ਆਉਂਦੇ ਨੇ ਉਹਦੇ ਮੁਤਾਬਿਕ ਜਨਤਾ ਨੂੰ ਚੱਲਣਾ ਪਏਗਾ। ਉੱਤੋਂ ਉੱਤਰ ਕੇ ਆਰਡਰਸ ਆਉਂਦੇ ਨੇ, ਸੋ ਉਹਦੇ ਮੁਤਾਬਿਕ ਸਭ ਕੁਝ ਹੁੰਦਾ ਹੈ। ਸੋ ਦਿਸ ਇਜ਼ ਦਾ ਬੇਸਿਕ ਡਿਫਰੈਂਸ। ਇਹਦੇ ਵਿੱਚ ਟਕਰਾਅ ਵਾਲੀ ਗੱਲ ਇੱਥੇ ਆ ਜਾਂਦੀ ਹੈ ਕਿ ਚੀਨ ਦਾ ਕਲਚਰ ਆਲ ਟੂਗੈਦਰ ਡਿਫਰੈਂਟ ਔਰ ਕੈਨੇਡਾ ਦਾ ਕਲਚਰ ਆਲ ਟੂਗੈਦਰ ਡਿਫਰੈਂਟ। ਸ਼ੀ ਜਿਨਪਿੰਗ ਆਪਣੀ ਜਗ੍ਹਾ ਬਿਲਕੁਲ ਠੀਕ ਨੇ, ਕਿਉਂਕਿ ਉਹ ਜਿਸ ਕਲਚਰ 'ਚ ਪੈਦਾ ਹੋਏ, ਜਿੱਥੋਂ ਵੱਡੇ ਹੋਏ, ਜੋ ਉਹਨਾਂ ਦੀ ਸੋਚ ਹੈ, ਜੋ ਉਹਨਾਂ ਦਾ ਮਾਈਂਡ ਸੈਟ ਹੈ, ਉਹਦੇ ਮੁਤਾਬਿਕ ਗੱਲ ਕਰ ਰਹੇ ਨੇ। ਜਸਟਿਨ ਟਰੂਡੋ ਜਿਸ ਮਾਹੌਲ 'ਚ ਪੈਦਾ ਹੋਏ, ਜਿਸ ਮੁਲਕ ਤੋਂ ਨੇ, ਜਿਸ ਕਲਚਰ ਦੀ ਉਹਨਾਂ ਦੇ ਉੱਤੇ ਸਾਰੀ ਦੀ ਸਾਰੀ ਸੋਚ ਹੈ, ਜੋ ਉਹਨਾਂ ਦੀ ਸਾਖ ਹੈ, ਜੋ ਉਹਨਾਂ ਦੇ ਸੰਸਕਾਰ ਨੇ, ਜੋ ਉਹਨਾਂ ਦਾ ਟ੍ਰੈਡੀਸ਼ਨ ਹੈ, ਉਹਦੇ ਮੁਤਾਬਿਕ ਨੇ। ਤਾਂ ਜਸਟਿਨ ਟਰੂਡੋ ਆਪਣੀ ਜਗ੍ਹਾ ਠੀਕ ਨੇ। ਸੋ ਇਹ ਦੋ ਡਿਫਰੈਂਟ ਪੁਆਇੰਟ ਆਫ ਵਿਊਜ਼ ਨੇ, ਇੱਕੋ ਹੀ ਚੀਜ਼ ਨੂੰ ਲੈ ਕੇ, ਇੱਕੋ ਹੀ ਮਸਲੇ ਨੂੰ ਲੈ ਕੇ, ਇੱਕੋ ਹੀ ਟਾਕ ਨੂੰ ਲੈ ਕੇ, ਇੱਕੋ ਹੀ ਕਨਵਰਸੇਸ਼ਨ ਨੂੰ ਲੈ ਕੇ। ਸੋ ਇਹਨੂੰ ਜੇ ਆਪਾਂ ਸਿੰਪਲ ਭਾਸ਼ਾ 'ਚ ਸਮਝਣਾ ਚਾਹੀਏ ਤਾਂ ਉਹ ਇੱਦਾਂ ਹੈ ਕਿ ਇੱਕ ਸ਼ਬਦ ਹੈ, ਇੱਕ ਸ਼ਬਦ ਦਾ ਮੀਨਿੰਗ ਹੈ। ਸ਼ੀ ਜਿਨਪਿੰਗ ਉਸ ਸ਼ਬਦ ਦਾ ਆਪਣਾ ਮੀਨਿੰਗ ਬੋਲ ਰਹੇ ਨੇ, ਜਸਟਿਨ ਟਰੂਡੋ ਉਸ ਸ਼ਬਦ ਦਾ ਆਪਣਾ ਮੀਨਿੰਗ ਬੋਲ ਰਹੇ ਨੇ। ਦੋਵਾਂ ਦਾ ਮੀਨਿੰਗ ਡਿਫਰੈਂਟ ਹੈ, ਇਸ ਕਰਕੇ ਉਹਨਾਂ ਦੇ ਦਰਮਿਆਨ ਬਹਿਸ ਹੈ। ਪਰ ਜਦੋਂ ਉਸ ਵਰਡ ਦਾ ਐਕਚੁਅਲ ਮੀਨਿੰਗ ਕੀ ਹੈ, ਉਸ ਮੀਨਿੰਗ ਦੇ ਉੱਤੇ ਸ਼ੀ ਜਿਨਪਿੰਗ ਵੀ ਪਹੁੰਚ ਜਾਂਦੇ ਨੇ, ਜਸਟਿਨ ਟਰੂਡੋ ਵੀ ਪਹੁੰਚ ਜਾਂਦੇ ਨੇ, ਤਾਂ ਫਿਰ ਦੋਵਾਂ ਦਾ ਮੀਨਿੰਗ ਕਾਮਨ ਹੋ ਜਾਏਗਾ। ਉੱਥੇ ਫਿਰ ਕੋਈ ਦਰਮਿਆਨ ਉਹਨਾਂ ਦੇ ਬਹਿਸ ਨਹੀਂ ਬਾਕੀ ਬਚੇਗੀ। ਸੋ ਇਹ ਇੱਕ ਵਰਡ ਦਾ ਮੀਨਿੰਗ ਹੈ ਜੋ ਅਸੀਂ ਆਪਣੇ ਆਪਣੇ ਕਲਚਰ ਦੇ ਮੁਤਾਬਿਕ ਉਹਨੂੰ ਦੇਖਦੇ ਹਾਂ, ਆਪਣੇ ਆਪਣੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ। ਦਿਸ ਇਜ਼ ਦਾ ਡਿਫਰੈਂਸ। ਫੋਰ ਐਗਜ਼ਾਮਪਲ 9 ਲਿਖ ਦਿਓ 9, ਜਿੱਥੇ ਤੁਸੀਂ ਖੜੇ ਹੋ ਤੁਹਾਨੂੰ ਲੱਗੇਗਾ 6, ਜਿੱਥੇ ਮੈਂ ਖੜਾ ਹਾਂ ਮੈਨੂੰ ਲੱਗੇਗਾ 9, ਲੇਕਿਨ ਉਹ ਹਰਫ ਇੱਕੋ ਹੀ ਹੈ, ਉਹ ਸ਼ਬਦ ਇੱਕੋ ਹੀ ਹੈ, ਉਹ ਐਲਫਾਬੈਟ ਇੱਕੋ ਹੀ ਹੈ, ਉਹ ਵਰਡ ਇੱਕੋ ਹੀ ਹੈ, ਉਹ ਨੰਬਰ ਇੱਕੋ ਹੀ ਹੈ। 9 ਤੁਸੀਂ ਕਹੋਗੇ ਨੋ 6, ਕਿਉਂਕਿ ਪੋਜੀਸ਼ਨ ਡਿਫਰੈਂਟ ਹੈ। ਤੁਸੀਂ ਇੱਧਰ ਖੜੇ ਹੋ, ਮੈਂ ਇੱਧਰ ਖੜਾ, ਦੈਟ ਇਜ਼ ਵਾਈ ਯੂ ਸੇ ਇਟ ਇਜ਼ 6 ਐਂਡ ਆਈ ਸੇ ਇਟ ਇਜ਼ 9। ਬਲਕਿ ਉਹਦਾ ਕੋਈ ਕਸੂਰ ਨਹੀਂ, ਜੋ ਨੰਬਰ ਹੈ ਨੰਬਰ ਹੈ। ਸੋ ਜਗ੍ਹਾ ਬਦਲ ਲਓ ਤਾਂ ਮੇਰੇ ਵਾਸਤੇ 6 ਹੋ ਜਾਏਗਾ, ਤੁਹਾਡੇ ਵਾਸਤੇ 9 ਹੋ ਜਾਏਗਾ, ਨੰਬਰ ਉਹੀ ਹੈ। ਸੋ IQ ਡਿਫਰੈਂਟ, ਸੋ ਪੁਆਇੰਟ ਆਫ ਵਿਊ ਡਿਫਰੈਂਟ, ਸੋ ਪੋਜੀਸ਼ਨ ਡਿਫਰੈਂਟ, ਕਲਚਰ ਡਿਫਰੈਂਟ, ਕਲਚਰ ਨੋਰਮਸ ਡਿਫਰੈਂਟ, ਸੋਚ ਡਿਫਰੈਂਟ। ਦੈਟ ਇਜ਼ ਵਾਈ ਇੱਥੇ ਇੱਕ ਬਹਿਸ ਹੈ। ਔਰ ਉਸ ਬਹਿਸ ਦਾ ਇਹੀ ਹੋ ਸਕਦਾ ਹੈ ਕਿ ਜੋ ਕੁਝ ਸਭ ਦੇ ਭਲੇ ਵਾਸਤੇ ਹੈ, ਜਿਹਦੇ ਵਿੱਚ ਸਭ ਦਾ ਭਲਾ ਹੈ, ਚਾਹੇ ਉਹ ਸਟੇਟ ਹੈ, ਚਾਹੇ ਉਹ ਸਟੇਟ ਦੇ ਲੋਕ ਨੇ, ਦੈਟ ਇਜ਼ ਗੁੱਡ, ਉਹ ਹੋਣਾ ਚਾਹੀਦਾ। ਅਮਰੀਕਾ ਦੀ ਗੱਲ ਕਰਦੇ ਹਾਂ। ਅਮਰੀਕਾ ਦਾ ਪੋਲੀਟਿਕਸ 14 ਨਵੰਬਰ ਨੂੰ ਜੋ ਮਿਡ ਟਰਮ ਪੋਲਸ ਹੋਈਆਂ, ਉਸ ਤੋਂ ਬਾਅਦ ਨਤੀਜੇ ਸਾਹਮਣੇ ਆਉਂਦੇ ਨੇ ਔਰ ਇੱਕ ਚੁਣੌਤੀ ਮਿਲਦੀ ਹੈ ਜੋ ਬਾਈਡਨ ਨੂੰ, ਔਰ ਡੋਨਲਡ ਟਰੰਪ ਉਹਨਾਂ ਨੂੰ ਇੱਕ ਚੁਣੌਤੀ ਦਿੰਦੇ ਨੇ। ਔਰ ਜੋ ਅਪਰ ਹਾਊਸ ਦੇ ਵਿੱਚ ਉਹਦੇ ਰਿਜ਼ਲਟਸ ਥੋੜ੍ਹੇ ਡਿਫਰੈਂਟ ਨੇ। ਉੱਥੇ ਬਾਈਡਨ ਜਿੱਤਦੇ ਨੇ, ਟਰੰਪ ਪਿੱਛੇ ਨੇ। ਸੋ ਇਹ ਸਾਰੀ ਕੈਮਿਸਟਰੀ ਬਣੀ ਹੋਈ ਹੈ। ਟਰੰਪ ਦੁਬਾਰਾ ਤੋਂ ਚੋਣਾਂ ਲੜਨੀਆਂ ਚਾਹੁੰਦੇ ਨੇ, ਔਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਜੋਸ਼ਿਸ਼ ਨੇ, ਔਰ ਉਹਨਾਂ ਦੇ ਜੋ ਸਮਰਥਕ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਡੋਨਲਡ ਟਰੰਪ ਇਜ਼ ਕਮਿੰਗ ਬੈਕ। ਇਹ ਸੈਕਿੰਡ ਅਰਾਈਵਲ ਜਿਹੜੀ ਆ ਉਹਨਾਂ ਦੀ ਕਮਾਲ ਦੀ ਹੋਏਗੀ, ਕਿਉਂਕਿ ਇਹਦੇ ਵਿੱਚ ਉਹ ਪੂਰੀ ਤਿਆਰੀ ਨਾਲ ਆ ਰਹੇ ਨੇ। ਔਰ ਪਹਿਲੀ ਵਾਰ ਵਿੱਚ ਜੋ ਸੋਚਾਂ ਉਹਨਾਂ ਦੇ ਸਾਹਮਣੇ ਰਹੀਆਂ ਨੇ, ਇਸ ਵਾਰ 100% ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਅੱਗੇ ਆ ਰਹੇ ਨੇ। ਔਰ ਡੋਨਲਡ ਟਰੰਪ ਆਪ ਵੀ ਕਹਿੰਦੇ ਨੇ ਕਿ ਮੈਂ ਅਮਰੀਕਾ ਨੂੰ ਸੁਨਹਿਰੀ ਦੌਰ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ, ਔਰ ਮੇਰੀਆਂ ਇਹ ਨੀਤੀਆਂ ਸ਼ੁਰੂ ਤੋਂ ਹੀ ਅਜਿਹੀਆਂ ਰਹੀਆਂ ਨੇ, ਪਰ ਵਿੱਚ ਇਹ ਮੈਂ ਹਾਰ ਗਿਆ, ਇਸ ਕਰਕੇ ਨੀਤੀਆਂ ਦੇ ਵਿੱਚ ਥੋੜ੍ਹੀ ਜਿਹੀ ਖੜੋਤ ਆ ਗਈ,
ਥੋੜ੍ਹੀ ਜਿਹੀ ਰੁਕਾਵਟ ਆ ਗਈ, ਮੈਂ ਮੁੜ ਤੋਂ ਆਵਾਂਗਾ, ਉਹ ਨੀਤੀਆਂ ਫਿਰ ਤੋਂ ਸ਼ੁਰੂ ਕਰਾਂਗਾ। ਮੈਂ ਹੁੰਦਾ ਤੇ ਇਹ ਯੂਕਰੇਨ ਤੇ ਰਸ਼ੀਆ ਦੀ ਵਾਰ ਹੀ ਨਹੀਂ ਹੋਣ ਦੇਣੀ ਸੀ। ਕਈ ਮਿਜ਼ਾਈਲਾਂ ਮੈਂ ਰੁਕਵਾ ਦਿੱਤੀਆਂ ਮੇਰੇ ਕਰਕੇ, ਇੱਕ ਦੇਸ਼ ਨੇ ਦੂਜੇ ਦੇਸ਼ ਦੇ ਉੱਤੇ ਮਿਜ਼ਾਈਲਾਂ ਨਹੀਂ ਦਾਗੀਆਂ, ਕਈ ਸਮਝੌਤੇ ਮੈਂ ਕਰਵਾਏ, ਬਿਜ਼ਨਸ ਜੋ ਪੂਰੇ ਵਰਲਡ ਦਾ ਹੈ ਉਹਨੂੰ ਮੈਂ ਸਹੀ ਟਰੈਕ ਤੇ ਲੈ ਕੇ ਆਇਆ। ਔਰ ਹੁਣ ਵੀ ਮੈਂ ਚਾਹੁੰਦਾ ਕਿ ਸਹੀ ਟਰੈਕ ਤੇ ਲੈ ਕੇ ਆਵਾਂ, ਕਿਉਂਕਿ ਵਾਇਰਸ 19 ਤੋਂ ਬਾਅਦ ਜੋ ਸਾਰੀ ਦੁਨੀਆ ਦੀ ਅਰਥ ਵਿਵਸਥਾ ਵਿਗੜੀ ਪਈ ਹੈ ਉਸ ਨੂੰ ਮੁੜ ਤੋਂ ਮੈਂ ਟਰੈਕ ਤੇ ਲੈ ਕੇ ਆ ਸਕਦਾ, ਬਿਕੋਜ਼ ਮੇਰਾ ਐਕਸਪੀਰੀਅੰਸ ਹੈ ਇਹਦੇ ਵਿੱਚ। ਆਈ ਨੋ ਫਾਈਨੈਂਸ, ਆਈ ਨੋ ਬਿਜ਼ਨਸ, ਆਈ ਨੋ ਟ੍ਰੇਡ, ਕਿਉਂਕਿ ਉਹ ਖੁਦ ਰੀਅਲ ਐਸਟੇਟ ਤੋਂ ਨੇ, ਇਸ ਕਰਕੇ ਕਾਫੀ ਗਹਿਰਾਈ ਤੱਕ ਜਾਣਦੇ ਨੇ ਕਿ ਬਿਜ਼ਨਸ ਕਿੱਦਾਂ ਆਪਰੇਟ ਕਰਦਾ ਹੈ, ਇੱਕ ਦੇਸ਼ ਦੇ ਦੂਸਰੇ ਦੇਸ਼ ਦੇ ਸੰਬੰਧ ਕਿਵੇਂ ਬਣਦੇ ਨੇ। ਸੋ ਇਹਨਾਂ ਸਭ ਗੱਲਾਂ ਨੂੰ, ਇਹਨਾਂ ਸਾਰੇ ਐਕਸਪੀਰੀਅੰਸਿਸ ਨੂੰ ਲੈ ਕੇ ਉਹ ਅੱਗੇ ਆ ਰਹੇ ਨੇ। ਹਾਲਾਂਕਿ ਆਪਣੀ ਹਾਰ ਨੂੰ ਹਜੇ ਤੱਕ ਵੀ ਸਵੀਕਾਰ ਨਹੀਂ ਕਰਦੇ, ਹਾਲਾਂਕਿ ਉਹ ਮਸਲਾ ਹਜੇ ਵੀ ਉੱਥੇ ਖੜਾ ਹੈ ਕਿ ਮੈਂ ਹਾਰਿਆ ਨਹੀਂ, ਮੈਨੂੰ ਹਰਾਇਆ ਗਿਆ ਔਰ ਜੋ ਬਾਈਡਨ ਜਿੱਤੇ। ਔਰ ਜਿੱਥੇ ਤੱਕ ਉਹ ਆਪਣੀ ਤਾਰੀਫ ਖੁਦ ਕਰਦੇ ਨੇ, ਉਹ ਇਹ ਵੀ ਕਹਿੰਦੇ ਨੇ ਕਿ ਜੋ ਬਾਈਡਨ ਜੋ ਨੇ ਉਹਨਾਂ ਦੀ ਪੋਪੂਲੈਰਿਟੀ ਘਟਦੀ ਪਈ ਹੈ ਸਮੇਂ ਦੇ ਨਾਲ ਨਾਲ, ਔਰ ਮੇਰੀ ਪੋਪੂਲੈਰਿਟੀ ਵੱਧਦੀ ਪਈ, ਲੋਕ ਮੈਨੂੰ ਜ਼ਿਆਦਾ ਪਸੰਦ ਕਰਦੇ ਨੇ ਕੰਪੈਰੇਟਿਵਲੀ ਜੋ ਬਾਈਡਨ ਦੇ। ਡੋਨਲਡ ਟਰੰਪ ਇਸ ਵਿਚਾਰ ਦੇ ਨੇ। ਹੁਣ ਗੱਲ ਇਹ ਹੈ ਕਿ ਡੋਨਲਡ ਟਰੰਪ ਦੀ ਜਗ੍ਹਾ ਕਿਸੇ ਹੋਰ ਨੂੰ ਵੀ ਪਸੰਦ ਕਰਦੀ ਹੈ ਉਹਨਾਂ ਦੀ ਪਾਰਟੀ, ਕਿ ਕਿਸੇ ਹੋਰ ਨੂੰ ਲੀਡਰ ਵਜੋਂ ਉਤਾਰਿਆ ਜਾਵੇ, ਕਿਉਂਕਿ ਟਰੰਪ ਦੇ ਖਿਲਾਫ ਇਸ ਤਰ੍ਹਾਂ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ ਜਾਂ ਉਹਨਾਂ ਦੇ ਵਿਚਾਰ ਸੁਣ ਕੇ ਜਾਂ ਉਹਨਾਂ ਦਾ ਬਿਹੇਵੀਅਰ ਕਈ ਥਾਂ ਦੇ ਉੱਤੇ ਦੇਖ ਕੇ ਕਈ ਲੋਕ ਇਸ ਗੱਲ ਨੂੰ ਲੈ ਕੇ ਚੱਲ ਰਹੇ ਨੇ ਕਿ ਜੋ ਉਹਨਾਂ ਦੇ ਉੱਤੇ ਵੱਖ-ਵੱਖ ਏਜੰਸੀਆਂ ਵੱਲੋਂ ਰੇਡਸ ਹੋਏ ਨੇ, ਕਿਉਂ ਹੋਏ ਨੇ? ਕਿਉਂਕਿ ਇਹ ਫਸਟ ਟਾਈਮ ਹੋ ਰਿਹਾ ਹੈ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿੱਥੇ ਇੱਦਾਂ ਏਜੰਸੀ ਜਾ ਕੇ ਰੇਡਸ ਕਰਦੀਆਂ ਨੇ। ਹਾਲਾਂਕਿ ਡੋਨਲਡ ਟਰੰਪ ਨੇ ਵੀ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਥਰਡ ਵਰਲਡ ਦੇ ਵਿੱਚ, ਜਿਵੇਂ ਇੰਡੀਆ ਦੇ ਵਿੱਚ ਏਜੰਸੀਜ਼ ਜਾ ਕੇ ਦੂਸਰੇ ਪੋਲੀਟੀਸ਼ੀਅਨਸ ਦੇ ਉੱਤੇ ਰੇਡਸ ਕਰਦੀਆਂ ਨੇ, ਇਸ ਤਰ੍ਹਾਂ ਹੀ ਮੇਰੇ ਨਾਲ ਹੋ ਰਿਹਾ ਹੈ, ਫਸਟ ਟਾਈਮ ਇਨ ਅਮਰੀਕਨ ਹਿਸਟਰੀ। ਸੋ ਇਸ ਚੀਜ਼ ਨੂੰ ਲੈ ਕੇ ਕਈ ਲੋਕ ਖਿਲਾਫ ਦੀ ਸੋਚੇ, ਮਤਲਬ ਇਹ ਪਹਿਲਾਂ ਜਦੋਂ ਨਹੀਂ ਹੁੰਦਾ ਤੇ ਲੋਕ ਇਸ ਦੀ ਫਿਰ ਨੁਕਤਾਚੀਨੀ ਕਰਦੇ ਨੇ, ਲੋਕ ਇਹਦੇ ਉੱਤੇ ਸਵਾਲ ਉਠਾਉਂਦੇ ਨੇ, ਉਹ ਇੱਕ ਸੋਚ ਖਿਲਾਫ ਹੀ ਜਾ ਰਹੀ ਹੁੰਦੀ ਆ, ਉਹ ਇੱਕ ਐਂਟੀ ਸੋਚ ਹੀ ਜਾ ਰਹੀ ਹੁੰਦੀ ਆ। ਸੋ ਇਸ ਕਰਕੇ ਇਹ ਚੀਜ਼ ਬਣ ਰਹੀ ਹੈ, ਕੈਮਿਸਟਰੀ ਬਣ ਰਹੀ ਹੈ ਕਿ ਡੋਨਲਡ ਟਰੰਪ ਜੋ ਆਪਣੇ ਆਪ ਨੂੰ ਇੱਕ ਬੇਤਾਜ ਬਾਦਸ਼ਾਹ ਵਜੋਂ ਪੇਸ਼ ਕਰਦੇ ਨੇ ਪੂਰੀ ਜਨਤਾ ਦੇ ਅੱਗੇ, ਉਹਨਾਂ ਦੇ ਅਗੇਂਸਟ, ਉਹਨਾਂ ਦੇ ਐਂਟੀ ਕਿਹੜੇ ਵਿਚਾਰ ਅੱਗੇ ਆ ਰਹੇ ਨੇ। ਉਹਨਾਂ ਦੀ ਜੋ ਆਪਣੀ ਪਾਰਟੀ ਹੈ ਉਹਦੇ ਵਿੱਚ ਵੀ ਕੁਝ ਲੋਕ ਅਜਿਹੇ ਮੌਜੂਦ ਨੇ ਜੋ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਪਸੰਦ ਕਰਦੇ ਨੇ ਤੇ ਵਕਤ ਆਉਣ ਤੇ ਆਪਣੀ ਗੱਲ ਨੂੰ ਸਾਹਮਣੇ ਰੱਖਣਗੇ ਤੇ ਕਿਸੇ ਹੋਰ ਨੂੰ ਵੀ ਅੰਦਰ ਖਾਤੇ ਪਸੰਦ ਕਰਦੇ ਨੇ ਕਿ ਇਸ ਇਨਸਾਨ ਨੂੰ, ਇਸ ਲੀਡਰ ਨੂੰ ਟਰੰਪ ਦੀ ਜਗ੍ਹਾ ਅੱਗੇ ਉਤਾਰਨਾ ਹੈ। ਤਾਂ ਸਮੇਂ ਆਉਣ ਤੇ ਉਸ ਨੂੰ ਅਨਾਉਂਸਮੈਂਟ ਮਿਲੇਗੀ, ਉਹਨੂੰ ਅੱਗੇ ਲਿਆਂਦਾ ਜਾਏਗਾ। ਇਹ ਟੋਟਲ ਕੁਝ ਕਿਆਸ ਰਾਈਆਂ ਬਣੀਆਂ ਹੋਈਆਂ ਨੇ, ਟੋਟਲ ਐਸਟੀਮੇਟਸ ਲੱਗਦੇ ਪਏ ਨੇ, ਐਜ਼ੰਪਸ਼ਨਸ ਬਣਦੀਆਂ ਪਈਆਂ ਕਿ ਅਮਰੀਕਾ ਦੀ ਜੋ ਪੋਲੀਟੀਕਲ ਸਿਨੈਰੀਓ ਹੈ ਇਹਦਾ ਆਖਰੀ ਨਿਚੋੜ ਕੀ ਨਿਕਲੇਗਾ, ਕਿਉਂਕਿ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਬਹੁਤ ਲੋਕ ਉਤਸ਼ਾਹਿਤ ਵੀ ਨੇ ਤੇ ਬਹੁਤ ਲੋਕ ਕਨਫਿਊਜ਼ਡ ਵੀ ਨੇ ਕਿ ਦੇਖੋ ਕੀ ਬਣਦਾ ਹੈ। ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ 15 ਅਕਤੂਬਰ ਤੋਂ 40 ਦਿਨਾਂ ਦੀ ਪੈਰੋਲ ਤੇ ਨੇ। ਉਹਨਾਂ ਦੇ ਉੱਪਰ ਕਈ ਕੇਸ ਚੱਲ ਰਹੇ ਨੇ ਔਰ ਉਹਨਾਂ ਦੀ ਸਜ਼ਾ ਹੀ ਉਹ ਉੱਥੇ ਭੁਗਤ ਰਹੇ ਨੇ, ਜਿਸ ਕਰਕੇ ਉਹ ਜੇਲ੍ਹ ਦੇ ਵਿੱਚ ਨੇ ਔਰ ਪੈਰੋਲ ਤੇ ਆਏ ਹੋਏ ਨੇ। ਤੀਸਰੀ ਵਾਰ ਜਦੋਂ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਉਸ ਤੋਂ ਬਾਅਦ ਤੀਸਰੀ ਵਾਰ ਆਏ ਨੇ, ਇਸ ਵਾਰ 40 ਦਿਨਾਂ ਦੀ ਪੈਰੋਲ ਤੇ ਨੇ, ਜਿਸ ਦੇ ਉੱਤੇ ਕਈ ਗੱਲਾਂ ਹੋ ਰਹੀਆਂ ਨੇ, ਕਈ ਆਬਜੈਕਸ਼ਨਸ ਹੋ ਰਹੇ ਨੇ। ਉਹਨਾਂ ਦੇ ਅਗੇਂਸਟ ਇੱਕ ਪਟੀਸ਼ਨ ਵੀ ਪਾਈ ਗਈ ਕਿ ਇਹ ਪੈਰੋਲ ਰੱਦ ਕੀਤੀ ਜਾਏ, ਪਰ ਉਹ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ। ਔਰ ਜੋ ਹਰਿਆਣਾ ਦੀ ਗਵਰਨਮੈਂਟ ਹੈ ਉਹ ਵੀ ਇਹ ਕਹਿ ਰਹੀ ਹੈ ਕਿ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ, ਉਹਨਾਂ ਦੀ ਪੈਰੋਲ ਪਿੱਛੇ ਸਾਡਾ ਕੋਈ ਹੱਥ ਨਹੀਂ, ਕਿਉਂਕਿ ਇਹ ਤੇ ਕਾਨੂੰਨ ਦੀ ਪ੍ਰਕਿਰਿਆ ਹੈ। ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ, ਕਾਨੂੰਨ ਦੀ ਸਜ਼ਾ ਭੁਗਤਦੇ ਪਏ ਨੇ, ਜੇਲ੍ਹ ਵਿੱਚ ਨੇ, ਕਾਨੂੰਨ ਨੇ ਉਹਨਾਂ ਨੂੰ ਪੈਰੋਲ ਦਿੱਤੀ ਔਰ ਪੈਰੋਲ ਤੇ ਉਹ ਬਾਹਰ ਨੇ। ਲੇਕਿਨ ਕਈ ਲੋਕ ਇਹ ਨੁਕਤੇ ਉਠਾਉਂਦੇ ਨੇ ਕਿ ਜਦੋਂ ਵੀ ਇਲੈਕਸ਼ਨਸ ਦਾ ਦੌਰ ਆਉਂਦਾ ਹੈ ਉਦੋਂ ਹੀ ਉਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਨਵਾਂ ਸੀਨ ਇਹ ਆ ਰਿਹਾ ਹੈ ਕਿ ਉਹ ਆਨਲਾਈਨ ਸਤਸੰਗ ਕਰ ਰਹੇ ਨੇ, ਆਨਲਾਈਨ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ, ਲੋਕਾਂ ਨੂੰ ਜਾ ਕੇ ਮਿਲ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਸਮਾਜਿਕ ਕਾਰਕੁਨ ਨੇ, ਜਿਹੜੇ ਸਿਆਸੀ ਵਿਰੋਧੀ ਨੇ, ਉਹ ਇਹ ਗੱਲ ਕਰਦੇ ਨੇ ਕਿ ਹੋਵੇ ਨਾ ਹੋਵੇ ਇਹ ਆਪਣੇ ਸਮਰਥਕਾਂ ਨੂੰ ਵੋਟ ਪਾਉਣ ਵਾਸਤੇ ਕਹਿ ਰਹੇ ਨੇ ਕਿ ਕਿਹੜੀ ਪਾਰਟੀ ਦੇ ਹੱਕ 'ਚ ਵੋਟ ਪਾਈ ਜਾਵੇ ਜਾਂ ਕਿਹੜੀ ਪਾਰਟੀ ਨੂੰ ਫੇਵਰ ਨਾ ਕੀਤੀ ਜਾਵੇ। ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ, ਇਹ ਕੁਝ ਪੋਲੀਟੀਸ਼ੀਅਨਸ ਗੱਲ ਕਰ ਰਹੇ ਨੇ, ਕੁਝ NGOs ਗੱਲ ਕਰ ਰਹੀਆਂ ਨੇ, ਕੁਝ ਸਮਾਜਿਕ ਕਾਰਕੁਨ ਗੱਲ ਕਰ ਰਹੇ ਨੇ ਕਿ ਇਹਨਾਂ ਦੀ ਪੈਰੋਲ ਜਿਹੜੀ ਹੈ ਉਹ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਉੱਤੇ ਅਸਰ ਪਾਏਗੀ। ਸੋ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਇਸ ਕਰਕੇ ਅਪੋਜ਼ ਕੀਤਾ ਜਾ ਰਿਹਾ ਕਿ ਉਹਨਾਂ ਦੇ ਸੌਂਗਸ ਕਿਉਂ ਰਿਲੀਜ਼ ਹੋ ਰਹੇ ਨੇ, ਉਹ ਸਤਸੰਗ ਕਿਉਂ ਕਰ ਰਹੇ ਨੇ ਆਨਲਾਈਨ ਔਰ ਲੋਕਾਂ ਨੂੰ ਕਿਉਂ ਮਿਲ ਰਹੇ ਨੇ, ਉਹਨਾਂ ਨੂੰ ਪੈਰੋਲ ਕਿਉਂ ਦਿੱਤੀ ਗਈ ਹੈ। ਸੋ ਇਹ ਸਾਰੀਆਂ ਗੱਲਾਂ ਬਣੀਆਂ ਹੋਈਆਂ ਨੇ। ਹੁਣ ਇਹਦੇ ਪਿੱਛੇ ਸੱਚਾਈ ਕੀ ਹੈ, ਇਹ ਕਿਉਂ ਸਭ ਹੋ ਰਿਹਾ ਹੈ, ਇਹਦੇ ਬਾਰੇ ਵੀ ਸਭ ਦੇ ਆਪਣੇ ਆਪਣੇ ਵਿਚਾਰ ਨੇ। ਕੁਝ ਲੋਕ ਕਹਿ ਰਹੇ ਨੇ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ, ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸਭ ਕੁਝ ਹੁੰਦਾ। ਕੁਝ ਲੋਕ ਕਹਿ ਰਹੇ ਨੇ ਨਹੀਂ, ਇਹਦੇ ਪਿੱਛੇ ਸਰਕਾਰ ਦਾ ਹੱਥ ਹੈ ਔਰ ਵੋਟਾਂ ਦੇ ਵੇਲੇ ਹੀ ਪੈਰੋਲ ਮਿਲਦੀ ਹੈ ਤਾਂ ਕਿ ਵੋਟਾਂ ਆਪਣੇ ਹੱਕ 'ਚ ਕਰਵਾਉਣ ਵਾਸਤੇ
ਕੋਈ ਵੀ ਪਾਰਟੀ ਜਦੋਂ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਆਪਣੇ ਜਿਹੜੇ ਸਾਰੇ ਫੋਲੋਅਰਸ ਨੇ, ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਜਿਹੜੇ ਉਹਨਾਂ ਦੇ ਸੱਚਾ ਸੌਦਾ ਡੇਰਾ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਇਸ ਪਾਰਟੀ ਦੇ ਹੱਕ 'ਚ ਵੋਟ ਪਾਓ ਤੇ ਇਹ ਪਾਰਟੀ ਜਿੱਤ ਜਾਏ। ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਕਿਸੇ ਨਾ ਕਿਸੇ ਪਾਰਟੀ ਦੇ ਹੱਕ 'ਚ ਵੋਟ ਪਾਉਣ ਵਾਸਤੇ ਪੈਰੋਲ ਤੇ ਆਏ ਹੋਏ ਨੇ ਔਰ ਉਸ ਪਾਰਟੀ ਦਾ ਔਰ ਉਸ ਸਿਆਸੀ ਆਗੂਆਂ ਦਾ ਇਹਦੇ ਵਿੱਚ ਪੂਰਾ ਹੱਥ ਹੈ। ਪਰ ਜਦੋਂ ਕੋਰਟ ਦੀ ਪ੍ਰਕਿਰਿਆ ਹੁੰਦੀ ਹੈ, ਜਦੋਂ ਅਸੀਂ ਅਦਾਲਤਾਂ ਦੀ ਗੱਲ ਕਰਦੇ ਹਾਂ, ਉਦੋਂ ਅਸੀਂ ਨਾਲ ਇਸ ਗੱਲ ਨੂੰ ਵੀ ਲੈ ਕੇ ਚੱਲਦੇ ਹਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਜੱਜ ਸਾਹਿਬ ਦੇ ਉੱਤੇ ਪ੍ਰੈਸ਼ਰ ਕਿਵੇਂ ਪਾ ਸਕਦੀ ਹੈ, ਕਿਵੇਂ ਕਹਿ ਸਕਦੀ ਹੈ ਕਿ ਤੁਸੀਂ ਇਹਨਾਂ ਨੂੰ ਪੈਰੋਲ ਤੇ ਭੇਜ ਦਿਓ। ਇਸ ਕਰਕੇ ਕੋਰਟਸ ਦੇ ਉੱਤੇ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ, ਚਾਹੇ ਉਹ ਪੋਲੀਟੀਕਲ ਪ੍ਰੈਸ਼ਰ ਹੋਵੇ, ਚਾਹੇ ਉਹ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਹੋਵੇ। ਨੋ, ਕੋਰਟਸ ਫ੍ਰੀ ਨੇ ਔਰ ਡਾਇਰੈਕਟਲੀ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਅੰਡਰ ਨੇ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਇਸ ਗੱਲ ਨੂੰ ਤੁਸੀਂ ਕ੍ਰਾਸ ਕਰ ਦਿਓ, ਇਸ ਗੱਲ ਨੂੰ ਤੁਸੀਂ ਹਟਾ ਦਿਓ। ਇਹ ਗੱਲ ਹੋ ਹੀ ਨਹੀਂ ਸਕਦੀ ਕਿ ਕਿਸੇ ਰਾਜਨੀਤੀ ਦੀ ਪਾਰਟੀ ਦਾ, ਕਿਸੇ ਸਰਕਾਰ ਦਾ ਇਸ ਦੇ ਪਿੱਛੇ ਹੱਥ ਹੈ। ਕਈ ਲੋਕ ਇਹ ਵੀ ਗੱਲ ਕਰਦੇ ਨੇ। ਸੋ ਇਹ ਕੁੱਲ ਮਿਲਾ ਕੇ ਇਹ ਦੋਵੇਂ ਰਲਮੀਆਂ ਮਿਲਵੀਆਂ ਪ੍ਰਤੀਕਿਰਿਆਵਾਂ ਚੱਲਦੀਆਂ ਪਈਆਂ ਨੇ ਤੇ ਇਸ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਪੈਰੋਲ ਰੱਦ ਕੀਤੀ ਜਾਵੇ, ਰੀਕਨਸੀਡਰ ਕੀਤੀ ਜਾਵੇ, ਉਹ ਪਟੀਸ਼ਨ ਫਿਲਹਾਲ ਰੱਦ ਹੋ ਚੁੱਕੀ ਹੈ। ਫਿਲਹਾਲ ਉਸ ਨੂੰ ਡਿਸਮਿਸ ਕੀਤਾ ਹੈ ਹਾਈ ਕੋਰਟ ਨੇ ਤੇ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹ ਆਪਣੇ ਪੈਰੋਕਾਰਾਂ ਨਾਲ ਮਿਲ ਰਹੇ ਨੇ, ਉਹ ਆਪਣੇ ਡੇਰੇ ਵਿੱਚ ਆਉਣ ਵਾਲੇ ਲੋਕਾਂ ਨਾਲ ਮਿਲ ਰਹੇ ਨੇ, ਆਨਲਾਈਨ ਸਤਸੰਗ ਕਰ ਰਹੇ ਨੇ, ਉਹਨਾਂ ਦੇ ਸੌਂਗਸ ਵੀ ਰਿਲੀਜ਼ ਹੋ ਰਹੇ ਨੇ ਤੇ ਉਹ ਇਸ ਵਕਤ ਪੈਰੋਲ ਤੇ ਨੇ ਔਰ ਆਪਣੇ ਸਾਰੇ ਡੇਰਾ ਸਮਰਥਕਾਂ ਦੇ ਵਿੱਚ ਬੈਠਦੇ ਨੇ, ਗੱਲਬਾਤ ਕਰਦੇ ਨੇ ਜਿਵੇਂ ਆਮ ਜ਼ਿੰਦਗੀ ਦੇ ਵਿੱਚ ਉਹ ਪਹਿਲਾਂ ਤੋਂ ਕਰਦੇ ਰਹੇ ਨੇ। ਜਦੋਂ ਉਹ ਜੇਲ੍ਹ ਨਹੀਂ ਗਏ ਸੀ, ਜਦੋਂ ਉਹਨਾਂ ਨੂੰ ਸੁਨਾਰੀਆ ਜੇਲ੍ਹ ਨਹੀਂ ਭੇਜਿਆ ਗਿਆ ਸੀ, ਜਦੋਂ ਉਹਨਾਂ ਨੂੰ ਸਜ਼ਾ ਨਹੀਂ ਹੋਈ ਸੀ, ਜਦੋਂ ਟਰਾਇਲ ਨਹੀਂ ਹੋਇਆ ਸੀ। ਸੋ ਇਹ ਸਾਰੀਆਂ ਕੁੱਲ ਮਿਲਾ ਕੇ ਪ੍ਰਤੀਕਿਰਿਆਵਾਂ ਚੱਲਦੀਆਂ ਪਈਆਂ ਨੇ ਕਿ ਪੈਰੋਲ ਤੋਂ ਬਾਅਦ ਉਹ ਮੁੜ ਤੋਂ ਫਿਰ ਜੇਲ੍ਹ ਜਾਣਗੇ, ਆਪਣੇ ਆਪ ਨੂੰ ਸਰੈਂਡਰ ਕਰਨਗੇ। ਸੋ ਇਹ ਸਾਰੀ ਪ੍ਰਤੀਕਿਰਿਆ ਨੂੰ ਲੈ ਕੇ ਇਸ ਵਕਤ ਜੋ ਸਿਆਸੀ ਮਾਹੌਲ ਹੈ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ। ਹੁਣ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਕੁਝ ਮੁੱਖ ਗੱਲਾਂ ਨੂੰ ਮੁੜ ਤੋਂ ਤਾਜ਼ਾ ਕਰਦੇ ਹਾਂ ਆਪਣੀ ਸੋਚ ਦੇ ਵਿੱਚ। ਕਰੋਨਾ ਵਾਇਰਸ ਮਹਾਮਾਰੀ ਦੌਰਾਨ ਭਾਰਤ ਸਰਕਾਰ ਨੇ 5 ਜੂਨ 2020 ਨੂੰ ਮੰਡੀਕਰਨ ਦੇ ਬਦਲਵੇਂ ਪ੍ਰਬੰਧ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਦਾਅਵੇ ਨਾਲ 3 ਨਵੇਂ ਖੇਤੀ ਆਰਡੀਨੈਂਸ ਲਿਆਂਦੇ। ਕਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਤੇ ਪੰਜਾਬ ਵਿਚਲੇ ਕਰਫਿਊ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮੰਗਾਂ ਨਾ ਮੰਨੇ ਜਾਣ ਤੇ ਅਗਸਤ ਮਹੀਨੇ ਵਿੱਚ ਕਿਸਾਨ ਜਥੇਬੰਦੀਆਂ ਨੇ ਧਰਨੇ ਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ। 3 ਖੇਤੀ ਕਾਨੂੰਨਾਂ ਖਿਲਾਫ ਉੱਠੇ ਕਿਸਾਨ ਅੰਦੋਲਨ ਨੇ ਨਾ ਸਿਰਫ ਭਾਰਤ ਸਗੋਂ ਵਿਦੇਸ਼ਾਂ ਤੱਕ ਆਪਣੀ ਛਾਪ ਛੱਡੀ। ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲੇ ਜਾਣ ਦਾ ਦਾਅਵਾ ਵੀ ਕੀਤਾ ਗਿਆ। ਪੰਜਾਬ ਤੋਂ ਖੜਾ ਹੋਇਆ ਕਿਸਾਨ ਅੰਦੋਲਨ ਪੂਰੀ ਦੁਨੀਆ ਵਿੱਚ ਫੈਲ ਗਿਆ। ਆਪ ਸਰਕਾਰ ਤੇ ਕਾਂਗਰਸ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਸੀ। ਅਕਾਲੀ ਦਲ ਨੇ ਯੂ ਟਰਨ ਲੈ ਲਿਆ। ਕਿਸਾਨਾਂ ਦਾ ਦਿੱਲੀ ਵੱਲ ਨੂੰ ਕੂਚ ਹੋਇਆ। ਸਿੰਘੂ ਟਿਕਰੀ ਬਾਰਡਰ ਤੇ ਡੇਰੇ ਲਾਏ ਗਏ ਤੇ ਫਿਰ 26 ਜਨਵਰੀ ਨੂੰ ਟਰੈਕਟਰ ਪਰੇਡ, ਉਹਦੇ ਵਿੱਚ ਹਿੰਸਾ ਦੀ ਗੱਲ ਵੀ ਸਾਹਮਣੇ ਆਉਂਦੀ ਹੈ। ਫਿਰ ਟਕੈਤ ਸਾਹਿਬ ਦੇ ਹੰਝੂਆਂ ਦੀ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਅੰਦੋਲਨ ਟਰੈਕ ਤੇ ਲੈ ਕੇ ਆਉਂਦਾ ਕਿਉਂਕਿ ਅੰਦੋਲਨ ਬਿਖਰ ਗਿਆ ਸੀ। ਫਿਰ 1 ਸਾਲ ਬਾਅਦ ਸਰਕਾਰ ਝੁਕੀ ਤੇ ਇਹ ਕਿਸਾਨ ਅੰਦੋਲਨ ਸਫਲ ਹੋਇਆ ਤੇ ਇਹ ਸਾਰੀਆਂ ਸ਼ਰਤਾਂ ਜੋ 3 ਖੇਤੀ ਕਾਨੂੰਨ ਲਾਗੂ ਕਰਨ ਦੀ ਗੱਲ ਹੋ ਰਹੀ ਸੀ ਉਹ ਕਾਨੂੰਨ ਵਾਪਸ ਲਿੱਤੇ ਗਏ। ਸੋ ਇਹ ਸਾਰੀ ਜੋ ਹਿਸਟਰੀ ਹੈ ਇਹਦੇ ਵਿੱਚੋਂ ਨਿਕਲਿਆ ਕੀ? ਇਹਦੇ ਵਿੱਚੋਂ ਨਿਕਲਿਆ ਇਹ ਕਿ ਇੱਕ ਤਾਂ ਕਿਸਾਨਾਂ ਨੇ ਆਪਣੀ ਪਾਰਟੀ ਬਣਾਈ ਔਰ ਪਾਰਟੀ ਬਣਾ ਕੇ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਉਤਰੇ। ਪਰ ਕੁਝ ਮਾਹਿਰ ਮੰਨਦੇ ਰਹੇ ਕਿ ਤੁਹਾਨੂੰ ਪਾਰਟੀ ਨਹੀਂ ਬਣਾਉਣੀ ਚਾਹੀਦੀ ਸੀ, ਤੁਹਾਨੂੰ 5-6 ਆਪਣੇ ਆਗੂ ਇਲੈਕਸ਼ਨਸ ਦੇ ਵਿੱਚ ਖੜੇ ਕਰ ਦੇਣੇ ਚਾਹੀਦੇ ਸੀ ਤੇ ਬਾਕੀ ਪਾਰਟੀਆਂ ਨੇ ਤੁਹਾਡੇ ਖਿਲਾਫ ਆਪਣੇ ਕੋਈ ਵੀ ਆਗੂ ਖੜੇ ਨਹੀਂ ਕਰਨੇ ਸੀ ਤੇ ਤੁਸੀਂ ਇੱਕ ਪ੍ਰੈਸ਼ਰ ਗਰੁੱਪ ਵਜੋਂ ਸਰਕਾਰ ਵਿੱਚ 5-6 ਸੀਟਾਂ ਲੈ ਲੈਂਦੇ ਤਾਂ ਆਪਣੀ ਪਾਰਲੀਮੈਂਟ ਦੇ ਵਿੱਚ ਆਪਣਾ ਪ੍ਰੈਸ਼ਰ ਬਣਾ ਕੇ ਰੱਖਦੇ ਤੇ ਇੱਕ ਪ੍ਰੈਸ਼ਰ ਗਰੁੱਪ ਵਜੋਂ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਕੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਗਤੀਵਿਧੀਆਂ ਕਰ ਸਕਦੇ ਸੀ, ਸਰਕਾਰਾਂ ਉੱਤੇ ਪ੍ਰੈਸ਼ਰ ਪਾ ਸਕਦੇ ਸੀ। ਪਰ ਉਹ ਗੱਲ ਨਹੀਂ ਮੰਨੀ ਗਈ, ਕਰਾਰੀ ਹਾਰ ਮਿਲੀ, ਸ਼ਾਇਦ ਕੋਈ ਵੀ ਸੀਟ ਨਹੀਂ ਜਿੱਤ ਸਕੇ ਤੇ ਬਹੁਤ ਵੱਡਾ ਸੈਟਬੈਕ ਲੱਗਾ ਉਹਨਾਂ ਦੀ ਪਪੂਲੈਰਿਟੀ ਨੂੰ ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਿ ਤੁਸੀਂ ਵੀ ਰਾਜਨੀਤੀ ਕਰਨ ਵਾਸਤੇ ਆਏ ਸੀ। ਹਾਲਾਂਕਿ ਕਿਸਾਨ ਅੰਦੋਲਨ ਦੇ ਦੌਰਾਨ ਤੁਸੀਂ ਕਦੇ ਵੀ ਰਾਜਨੀਤੀ ਗੱਲ ਨਹੀਂ ਕੀਤੀ। ਸੋ ਅੱਜ ਮੁੜ ਤੋਂ ਕਿਸਾਨ ਅੰਦੋਲਨ ਫਿਰ ਤੋਂ ਖੜਾ ਹੋ ਰਿਹਾ। ਵਿਧਾਨ ਸਭਾ ਵੱਲ ਕੂਚ ਕਰਨ ਦੀ ਗੱਲ ਹੁੰਦੀ ਹੈ, ਕਦੀ ਸੀਐਮ ਮਾਨ ਦੀ ਕੋਠੀ ਨੂੰ ਘੇਰਾ ਪਾਉਣ ਦੀ ਗੱਲ ਹੁੰਦੀ ਹੈ, ਕਦੀ ਚੱਕਾ ਜਾਮ ਕਰਨ ਦੀ ਗੱਲ ਹੁੰਦੀ ਹੈ, ਕਦੀ ਰੇਲਵੇ ਟਰੈਕਸ ਨੂੰ ਜਾਮ ਕਰਨ ਦੀ ਗੱਲ ਹੁੰਦੀ ਹੈ। ਮੁੜ ਤੋਂ ਕਿਸਾਨ ਜਥੇਬੰਦੀਆਂ ਇੱਕ ਪ੍ਰੈਸ਼ਰ ਗਰੁੱਪ ਵਜੋਂ ਖੜਾ ਹੋਣਾ ਚਾਹੁੰਦੀਆਂ ਨੇ ਤਾਂ ਕਿ ਭਾਰਤ ਦੀ ਰਾਜਨੀਤੀ ਨੂੰ, ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਣ। ਹੁਣ ਦੇਖੋ ਇਹ ਜਥੇਬੰਦੀਆਂ ਕਿੱਥੋਂ ਤੱਕ ਆਪਣੇ ਮਨੋਰਥ ਦੇ ਵਿੱਚ
ਸਫਲ ਹੁੰਦੀਆਂ ਨੇ ਔਰ ਇਹ ਵੀ ਇੱਕ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੀ ਧਰਤੀ ਤੇ। ਇਹ ਸਨ ਕੁਝ ਖਾਸ ਖਬਰਾਂ ਜੋ ਅਸੀਂ ਪੰਜਾਬ ਅਪਡੇਟਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ। ਤੁਸੀਂ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।